ਪੱਪੂ ਅੱਜ ਤੋਂ 5 ਸਾਲ ਪਹਿਲਾਂ ਯੂਪੀ ਤੋਂ ਚੰਡੀਗੜ੍ਹ ਆ ਕੇ ਵਸਿਆ ਇੱਕ ਪ੍ਰਵਾਸੀ ਮਜ਼ਦੂਰ ਸੀ ਜੋ ਆਪਣੀ ਘਰਵਾਲੀ, ਬੱਚੇ, ਭੈਣ ਤੇ ਜੀਜੇ ਨਾਲ ਚੰਡੀਗੜ੍ਹ ਆਇਆ ਸੀ। ਇਸ ਸ਼ਹਿਰ ਨੇ ਰਿਕਸ਼ਾ ਚਲਾ ਕੇ ਉਸ ਨੂੰ 2 ਵਕਤ ਦੀ ਰੋਟੀ ਖਾਣ ਜੋਗਰਾ ਤਾਂ ਕਰ ਦਿੱਤਾ ਸੀ। ਚੰਡੀਗੜ੍ਹ ਵਿੱਚ ਆਉਣ ਤੋਂ 2 ਸਾਲ ਬਾਅਦ ਉਸ ਦਾ ਜੀਜਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਹੁਣ ਭੈਣ ਤੇ ਉਹਦੇ ਬੱਚੇ ਦੀ ਜ਼ਿੰਮੇਵਾਰੀ ਪੱਪੂ ਦੇ ਸਿਰ ਹੀ ਸੀ। ਭੈਣ ਮੁੰਨੀ ਭਰਾ ਦੇ ਸਿਰ ਤੇ ਬੋਝ ਨਹੀਂ ਸੀ ਬਣਨਾ ਚਾਹੁੰਦੀ, ਇਸ ਲਈ ਉਹ ਸਵੇਰ ਤੋਂ ਸ਼ਾਮ ਤੱਕ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕਰਦੀ ਸੀ। ਰੱਖੜੀ ਦਾ ਤਿਉਹਾਰ ਵੀ ਨੇੜੇ ਆ ਰਿਹਾ ਸੀ। ਯੂਪੀ ਵਿੱਚ ਰੱਖੜੀ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ, ਪਰ ਇਸ ਵਾਰ ਉਹ ਰੱਖੜੀ ਮਨਾਉਣ ਲਈ ਪਿੰਡ ਨਹੀਂ ਸੀ ਜਾ ਪਾਏ। ਪਰ ਪੱਪੂ ਨੇ ਮੁੰਨੀ ਨਾਲ ਵਾਅਦਾ ਕੀਤਾ ਸੀ ਕਿ ਉਹ ਇਸ ਰੱਖੜੀ ਤੇ ਉਸ ਨੂੰ ਕੋਈ ਖਾਸ ਤੋਹਫਾ ਦੇਵੇਗਾ। ਦਰਅਸਲ ਪੱਪੂ ਉਸ ਨੂੰ ਇੱਕ ਖੂਬਸੂਰਤ ਸਾੜੀ ਦੇਣਾ ਚਾਹੁੰਦਾ ਸੀ। ਜਦ ਤੋਂ ਮੁੰਨੀ ਦਾ ਪਤੀ ਇਸ ਦੁਨੀਆ ਤੋਂ ਗਿਆ ਸੀ, ਉਸਨੇ ਉਸ ਦਿਨ ਤੋਂ ਤਨ ਤੇ ਕੋਈ ਨਵਾਂ ਕੱਪੜਾ ਲਾ ਕੇ ਨਹੀਂ ਦੇਖਿਆ ਸੀ। ਜਿਨ੍ਹਾਂ ਘਰਾਂ ਵਿੱਚ ਕੰਮ ਕਰਦੀ ਸੀ, ਉਹਨਾਂ ਘਰਾਂ ਦੇ ਲੋਕ ਉਸ ਨੂੰ ਦਿਨ ਤਿਉਹਾਰ ਦੇ ਮੌਕੇ ਆਪਣੇ ਪੁਰਾਣੇ ਕੱਪੜੇ ਦੇ ਦਿੰਦੇ ਤੇ ਉਹ ਵਿਚਾਰੀ ਖੁਸ਼ੀ-ਖੁਸ਼ੀ ਉਹਨਾਂ ਨਾਲ ਗੁਜ਼ਾਰਾ ਕਰ ਲੈਂਦੀ। ਪੱਪੂ ਜਦੋਂ ਵੀ ਉਹਨੂੰ ਪੁਰਾਣੇ ਕੱਪੜੇ ਪਾਏ ਦੇਖਦਾ ਤਾਂ ਅੰਦਰੋਂ ਅੰਦਰ ਹੀ ਰੋ ਪੈਂਦਾ ਤੇ ਸੋਚਦਾ ਕਿ ਕਦੇ ਉਹ ਉਸ ਨੂੰ ਪੈਸੇ ਬਚਾ ਕੇ ਉਹਨਾਂ ਪੀਲੇ ਫੁੱਲਾਂ ਵਾਲੀ ਸਾੜੀ ਲਿਆ ਕੇ ਦੇਵੇਗਾ, ਜਿਨ੍ਹਾਂ ਪੀਲੇ ਫੁੱਲਾਂ ਨੂੰ ਉਹ ਨਿੱਕੇ ਹੁੰਦੇ ਪਿੰਡ ਖੇਤ ਵਿੱਚ ਦੇਖ ਕੇ ਖੁਸ਼ ਹੋ ਜਾਂਦੀ ਸੀ। ਪੱਪੂ ਅੱਜ ਜ਼ੋਰ-ਜ਼ੋਰ ਦੀ ਰਿਕਸ਼ੇ ਦੇ ਪੈਡਲ ਮਾਰ ਰਿਹਾ ਸੀ। ਵਜ੍ਹਾ ਸੀ ਰੱਖੜੀ। ਕਈ ਦਿਨ, ਮਹੀਨਿਆਂ ਤੋਂ ਉਹਨੇ ਆਪਣੇ ਚਾਹ ਪਾਣੀ ਦੇ ਖਰਚੇ ਵਿੱਚੋਂ ਪੈਸੇ ਕੱਟ ਕੇ 400 ਰੁਪਏ ਤਾਂ ਇਕੱਠੇ ਕਰ ਲਏ ਸਨ, ਪਰ ਉਹਨੂੰ 100 ਰੁਪਏ ਹੋਰ ਚਾਹੀਦੇ ਸਨ। ਸੋ ਇਸ ਲਈ ਉਹ ਅੱਜ ਸਵੇਰੇ 6 ਵਜੇ ਤੋਂ ਹੀ ਰਿਕਸ਼ੇ ਤੇ ਸਵਾਰੀਆਂ ਢੋ ਰਿਹਾ ਸੀ। ਕੰਮ ਕਿਹੜਾ ਥੋੜਾ ਸੀ। ਪਹਿਲਾਂ ਪੈਸੇ ਪੂਰੇ ਕਰਨੇ ਸੀ, ਫਿਰ 22 ਸੈਕਟਰ ਚੋਂ ਜਾ ਕੇ ਭੈਣ ਲਈ ਸਾੜੀ ਖਰੀਦਣੀ ਸੀ, ਫਿਰ ਉਹਨੂੰ ਚਮਕਦੀ ਪੰਨੀ ਦੇ ਵਿੱਚ ਪਾਉਣਾ ਸੀ ਤੇ ਜਲੇਬੀਆਂ ਖਰੀਦ ਕੇ ਘਰ ਜਾਣਾ ਸੀ, ਫਿਰ ਨਹਾ ਧੋ ਕੇ ਭੈਣ ਤੋਂ ਰੱਖੜੀ ਬਣਾਉਣੀ ਸੀ। ਉਹਨੂੰ ਤਾਂ ਇੰਤਜ਼ਾਰ ਸੀ ਕਿ ਕਦੋਂ ਉਹ ਮੁੰਨੀ ਨੂੰ ਫੁੱਲਾਂ ਵਾਲੀ ਸਾੜੀ ਪਾ ਕੇ ਖਿਲਖਿਲਾਉਂਦੇ ਦੇਖੇਗਾ। 10 ਵੱਜ ਚੁੱਕੇ ਸਨ, ਪਰ ਅਜੇ ਵੀ 30 ਰੁਪਏ ਘਟਦੇ ਸਨ। ਚਲੋ, ਹੋਰ ਸਵਾਰੀ ਰਸਤੇ 'ਚੋਂ ਮਿਲ ਹੀ ਜਾਊਗੀ, ਇਹ ਸੋਚ ਕੇ ਪੱਪੂ ਨੇ ਰਿਕਸ਼ਾ 35 ਸੈਕਟਰ ਤੋਂ 22 ਸੈਕਟਰ ਵੱਲ ਮੋੜ ਲਿਆ। ਕਿਸਾਨ ਭਵਨ ਦੀਆਂ ਲਾਈਟਾਂ ਤੇ ਖੜਾ ਪਸੀਨੇ ਦੇ ਨਾਲ ਭਿੱਜਿਆ ਪੱਪੂ ਬੱਤੀ ਹਰੀ ਹੋਣ ਦਾ ਇੰਤਜ਼ਾਰ ਕਰਨ ਲੱਗਾ। ਬੱਤੀ ਹਰੀ ਹੋਣ ਤੇ ਜਦੋਂ ਹੀ ਉਹ ਤੁਰਨ ਲੱਗਾ ਤਾਂ ਸੱਜੋ ਜਲਦੀ ਨਾਲ ਲੰਘਣ ਦੀ ਕੋਸ਼ਿਸ਼ ਵਿੱਚ ਇੱਕ ਫਾਰਚੂਨ ਕਾਰ ਵਾਲਾ ਆਪਣੀ ਗੱਡੀ ਨਾਲ ਸੰਭਾਲ ਪਾਇਆ। ਗੱਡੀ ਜ਼ੋਰ ਨਾਲ ਆ ਕੇ ਰਿਕਸ਼ੇ ਦੇ ਵਿੱਚ ਵੱਜੀ। ਪੱਪੂ ਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ। ਪੱਪੂ ਰਿਕਸ਼ੇ ਤੋਂ ਦੂਰ ਜਾ ਕੇ ਡਿੱਗਾ, ਪੂਰਾ ਸਰੀਰ ਝਰੀਟਿਆ ਗਿਆ ਸੀ। ਰਿਕਸ਼ੇ ਦਾ ਮੂਹਰਲਾ ਚੱਕਾ ਦੂਰਾ ਹੋਇਆ ਪਿਆ ਸੀ, ਸਾਰੀਆਂ ਤਾਰਾਂ ਵਿੰਗੀਆਂ ਹੋ ਗਈਆਂ ਸਨ। ਉਹ ਅਜੇ ਮੁਸ਼ਕਿਲ ਨਾਲ ਸੰਭਲ ਕੇ ਉੱਠਿਆ ਹੀ ਸੀ ਕਿ ਫਾਰਚੂਨਰ ਦੇ ਹੱਟੇ ਕੱਟੇ ਮਾਲਕ ਨੇ ਉਹਨੂੰ ਜ਼ੋਰ ਦੀ ਗੁੱਟ ਤੋਂ ਫੜਿਆ ਤੇ 2 ਕੁ ਮਿੰਟਾਂ ਦੇ ਵਿੱਚ 20 ਥੱਪੜ ਉਹਦੇ ਮੂੰਹ ਤੇ ਰਸੀਦ ਕਰ ਦਿੱਤੇ। ਸਵੇਰ ਦੇ ਭੁੱਖਣ ਭਾਣੇ ਖਾਲੀ ਢਿੱਡ ਕੰਮ ਕਰ ਰਹੇ ਸਰੀਰ ਨੇ ਥੱਪੜਾਂ ਦੀ ਮਾਰ ਕਿੱਥੋਂ ਚੱਲ ਲੈਣੀ ਸੀ। ਉਹ ਉੱਥੇ ਹੀ ਗਸ਼ ਖਾ ਕੇ ਡਿੱਗ ਪਿਆ। ਥੋੜੀ ਦੇਰ ਬਾਅਦ ਉਸਨੇ ਮਹਿਸੂਸ ਕੀਤਾ ਕਿ ਕੋਈ ਉਹਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਕੇ ਉਹਨੂੰ ਉਠਾ ਰਿਹਾ ਸੀ। ਉੱਠ ਭਈਆ, ਸਾਲਿਆ ਜਵਾਈਆਂ ਵਾਂਗੂ ਸੁੱਤਾ ਪਿਆ, ਉੱਠ ਕੁੱਤਿਆ। ਜਦੋਂ ਅੱਖਾਂ ਖੁੱਲੀਆਂ ਤਾਂ ਟ੍ਰੈਫਿਕ ਪੁਲਿਸ ਦੇ ਸਿਪਾਹੀ ਉਹਨੂੰ ਘੇਰ ਕੇ ਖੜੇ ਸਨ। ਉਹਨਾਂ ਦੇ ਨਾਲ ਫਾਰਚੂਨਰ ਦਾ ਮਾਲਕ ਵੀ ਖੜਾ ਸੀ। ਪੱਪੂ ਦਹਿਲ ਗਿਆ। ਉਹ ਹੱਥ जोड़ के कहने लगा, साहब आप रेड लाइट पार कर रहे थे सर। साहब हमारा कौनो कसूर नहीं, हमारे को क्यों मार डाला, हमें रिक्शा दे दो, हमें घर जाना है साहब, आज राखी है, हमें राखी बंधवाने जाना है साहब, हमको छोड़ दो। ट्रैफिक पुलिस वाले सिपाही नरेंद्र ने
ਝੱਟ ਫਾਰਚੂਨਰ ਦੇ ਮਾਲਕ ਨੂੰ ਪਾਸੇ ਲਿਜਾ ਕੇ ਖੁਸਰ ਫੁਸਰ ਕੀਤੀ ਤੇ ਕਿਹਾ, ਸੁਣੋ ਜੀ, ਕਾਰਵਾਈ ਤੁਹਾਡੇ ਤੇ ਬਣਦੀ ਹੈ। ਇੱਕ, ਬੱਤੀ ਜੰਪ ਕੀਤੀ। ਦੂਜਾ, ਖਤਰਨਾਕ ਡਰਾਈਵਿੰਗ ਕੀਤੀ। ਤੀਜਾ, ਕਿਸੇ ਦੇ ਨਾਲ ਕੁੱਟਮਾਰ ਕੀਤੀ। ਵੱਡੇ ਸਾਹਿਬ ਨੂੰ ਸੱਦਣਾ ਪਊ। ਮਾਮਲਾ ਸੰਗੀਨ ਬਣ ਗਿਆ ਜਨਾਬ। ਫਾਰਚੂਨਰ ਦਾ ਮਾਲਕ ਪਿੰਟੂ ਮੌਕਾ ਤਾੜ ਗਿਆ ਸੀ। ਉਹਨੇ 500 ਦੇ 2 ਕਰਾਰੇ ਨੋਟ ਕੱਢ ਕੇ ਨਰਿੰਦਰ ਦੀ ਜੇਬ ਵਿੱਚ ਪਾਉਂਦੇ ਕਿਹਾ, ਸਾਹਿਬ ਬਿਜ਼ੀ ਹੋਣਗੇ, ਤੁਸੀਂ ਆਪੇ ਸੁਲਝਾ ਲਓ। ਨਾਲੇ ਰੱਖੜੀ ਤੇ ਤੁਸੀਂ ਵੀ ਤਾਂ ਭੈਣ ਨੂੰ ਸ਼ਗਨ ਦੇਣਾ ਹੋਊ। ਆ ਫੜੋ ਤੁਸੀਂ, ਨਾਲੇ ਸਾਨੂੰ ਵੀ ਜਾਣ ਦਿਓ, ਰੱਖੜੀ ਰੁਖੜੀ ਬਣਾਉਣ ਦਿਓ। ਨਰਿੰਦਰ ਦੇ ਟੇਬਲ ਬਦਲ ਚੁੱਕੇ ਸਨ। ਉਹ ਹੁਣ ਭਰਿਆ ਪੀਤਾ ਖਾਣ ਵਾਲਿਆਂ ਦੀ ਤਰ੍ਹਾਂ ਪੱਪੂ ਦੇ ਵੱਲ ਵਧਿਆ ਤੇ ਗਰਜ ਕੇ ਬੋਲਿਆ, साली चौल खानी जाते गंद डाल रखा है तुम लोगों ने चंडीगढ़ में, देखता है साहब की 30 लाख की गाड़ी का क्या नुकसान कर दिया। साहब हमारा कौनो कसूर थोड़े है, इस साहेब लाल बत्ती पे गाड़ी भगा रहे थे, हमें तो हमार रिक्शा का हरजाना दिलाई दें, बहुत मेहरबानी होगा साहेब। पप्पू अपनी सफाई दे विच बोलिया, बेटा हरजाना तो तेरे को मैं ऐसा दिलाऊंगा सारे टब्बर को रात को यूपी भगा दूंगा। चुपचाप मेरा चाय पानी दो और चलते बनो, मैं सामने नीम के पेड़ के नीचे खड़ा हूं। नरेंद्र ने हुक्म दिता। पप्पू दियां अखां भर आईयां। ਉਹਨੇ ਮੋਢੇ ਤੋਂ ਗਮਛਾ ਲਾ ਕੇ ਹੱਥ ਵਿੱਚ ਫੜ ਲਿਆ। ਉਹਦੀ ਗੰਢ ਚੋਂ 100 ਦਾ ਇੱਕ ਮੈਲਾ ਕੁਚੈਲਾ ਨੋਟ ਉਹਨੇ ਕੱਢ ਕੇ ਨਰਿੰਦਰ ਨੂੰ ਦੇ ਦਿੱਤਾ। ਨਰਿੰਦਰ ਨੇ ਜਦੋਂ 100 ਦਾ ਨੋਟ ਦੇਖਿਆ ਤਾਂ ਉਹਨੇ ਵਗਾ ਕੇ ਮਾਰਿਆ, ਸਾਲਿਆ ਭਿਖਾਰੀ ਸਮਝ ਰੱਖਾ ਹੈ, ਤੇ ਜ਼ੋਰ ਨਾਲ ਉਹਦਾ ਗਮਛਾ ਫੜ ਕੇ ਉਸ ਦੇ ਵਿੱਚੋਂ ਸਾਰੇ ਪੈਸੇ ਕੱਢ ਕੇ ਜੇਬ 'ਚ ਪਾ ਲਏ। साहब दया करो, आज राखी है, हमारे बहन के लिए साड़ी लेना है साहब, रहम करो गरीब पे। पप्पू ताहा मार के रो रहा सी। नरेंद्र ने जेब विचों एक 100 का नोट कढ़ के उस वल वगा के सुट्या। चलो तुम भी क्या याद रखोगे, आगे से कानून ना तोड़ा, कानून तोड़ा ना देख लिया, हम बहुत सख्त हैं, अब चलते नजर आओ। पिंटू, पप्पू ते नरेंद्र तीनों आपो अपने राह ते तुर पे सन। रखड़ी करके नरेंद्र ने भी दफ्तर तो जल्दी छुट्टी ले ली सी। छुट्टी लैके जदों घर जा रहा सी तां किसी कार वाले ने रस्ते च उहनूं टक्कर मार दी। जख्म काफ़ी लगे सन, सज्जी लत्त दी हड्डी बुरी तरह टुट गई सी। डॉक्टर ने कहा सी राड़ पाउणी पेगी। पीजीआई दे विच नरिंदर वीर दा पता लैण आई सुखी नरिंदर नूं देख के जोर दी रोण लग पई। नरिंदर ने अखां भर लईआं। भरीआं अखां दे नाल उसने जेब दे विच हत्थ मारिया। जेब दे विचों बटूआ कढ के जदों उहने 500 दे 2 नोट सुखी नूं रखड़ी दे तोहफे वजों देने चाहे ਤਾਂ ਉਹਦੀ ਨਜ਼ਰ ਪੱਪੂ ਤੋਂ ਖੋਹੇ ਮੁੜਕੇ ਨਾਲ ਭੇਜੇ 100 ਦੇ ਨੋਟਾਂ ਤੇ ਪੈ ਗਈ। ਉਹਦਾ ਗਲਾ ਭਰ ਆਇਆ, ਅੱਖਾਂ 'ਚੋਂ ਪਾਣੀ ਰੁਕਣ ਦਾ ਨਾਮ ਨਹੀਂ ਸੀ ਲੈ ਰਿਹਾ। ਉਹ ਹੌਸਲਾ ਕਰਕੇ ਸੁੱਖੀ ਨੂੰ ਇੰਨਾ ਹੀ ਬੋਲ ਪਾਇਆ, ਭੈਣੇ ਮੇਰੇ ਵੱਲੋਂ ਇਹ ਰੱਖੜੀ ਦਾ ਤੋਹਫਾ ਹੈ, ਹੋ ਸਕੇ ਤਾਂ ਕਿਸੇ ਗਰੀਬ ਨੂੰ ਦੇ ਦੇਈਂ, ਸ਼ਾਇਦ ਉਹਨੇ ਵੀ ਕਿਸੇ ਭੈਣ ਤੋਂ ਰੱਖੜੀ ਬਣਾਉਣੀ ਹੋਵੇ। ਨਰਿੰਦਰ ਦਾ ਗਲਾ ਤਰ ਹੋ ਗਿਆ ਸੀ, ਉਹਦੇ ਬੁੱਲ ਫੜਫੜਾ ਰਹੇ ਸਨ। ਸ਼ਾਇਦ ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਅੱਜ ਕਿਸੇ ਗਰੀਬ ਦੀ ਹਾਂ ਉਹਨੂੰ ਲੱਗ ਗਈ ਹੈ। ਇੱਧਰ ਪਿੰਟੂ ਜਦੋਂ ਹੀ ਆਪਣੀ 15 ਸੈਕਟਰ ਵਾਲੀ ਕੋਠੀ ਪੁੱਜਾ ਤਾਂ ਭੈਣ ਸ਼ਿਖਾ ਭੱਜ ਕੇ ਆਈ, ਬੋਲੀ ਵੀਰੇ ਤੂੰ ਆ ਗਿਆ, ਮੈਂ ਤੈਨੂੰ ਕਦੋਂ ਦੀ ਡੀਕੀ ਜਾਂਦੀ ਸੀ। ਮੇਰਾ ਰਕਸ਼ਾ ਬੰਧਨ ਗਿਫਟ ਲੈ ਕੇ ਆਇਆ ਹੈ ਕਿ ਨਹੀਂ? ਉਹ ਮੇਰੀਏ ਭੈਣੇ, ਆ ਰਿਹਾ ਤੇਰਾ ਨੈਕਲੈਸ, ਮੈਂ ਤੇਰਾ ਤੋਹਫਾ ਭੁੱਲ ਸਕਦਾ?
ਪਿੰਟੂ ਨੇ ਨੈਕਲੈਸ ਦਾ ਪੈਕਟ ਸ਼ਿਖਾ ਵੱਲ ਵਧਾਉਂਦੇ ਹੋਏ ਕਿਹਾ। ਜਦੋਂ ਸ਼ਿਖਾ ਨੇ ਕਾਰ ਤੇ ਪਈਆਂ ਝਰੀਟਾਂ ਦੇਖੀਆਂ ਤਾਂ ਉਹ ਘਬਰਾ ਕੇ, ਵੀਰੇ ਆ ਕੀ ਹੋ ਗਿਆ? ਉਹ ਐਵੇਂ ਮਾੜਾ ਮੋਟਾ ਐਕਸੀਡੈਂਟ ਜਿਹਾ ਹੋ ਗਿਆ ਸੀ ਇੱਕ ਰਿਕਸ਼ੇ ਵਾਲੇ ਨਾਲ। ਇੰਨਾ ਸੁਣ ਕੇ ਸ਼ਿਖਾ ਡਰ ਗਈ। ਉਹਨੇ ਨੈਕਲੈਸ ਦਾ ਪੈਕਟ ਕਾਰ 'ਚ ਸੁੱਟਦੇ ਹੀ ਪਿੰਟੂ ਦੀ ਬਾਂਹ ਫੜ ਲਈ। ਦੇਖੀ ਸੱਚੀ ਸੱਚੀ ਦੱਸ, ਤੈਨੂੰ ਸੱਟ ਤਾਂ ਨਹੀਂ ਵੱਜੀ? ਲੈ ਮੈਂ ਮਿਰਚਾਂ ਵਾਰਦੀਆਂ ਮੇਰੇ ਵੀਰ ਤੇ, ਕਿਸੇ ਦੀ ਨਜ਼ਰ ਹੀ ਨਾ ਲੱਗੀ ਹੋਵੇ। ਮੈਂ ਵੀ ਕਿੱਥੇ ਤੇਰੇ ਤੋਂ ਨੈਕਲੈਸ ਮੰਗ ਬੈਠੀ। ਹੋਰ ਉਹ ਗਰੀਬ ਰਿਕਸ਼ੇ ਵਾਲੇ ਤੇ ਸੱਟ ਤਾਂ ਨਹੀਂ ਵੱਜੀ? ਉਹਦੀ ਦਵਾ ਦਾਰੂ ਕਰਾ ਤਾਂ ਦਿੱਤੀ ਸੀ ਨਾ? ਸ਼ਿਖਾ ਮਿਰਚਾਂ ਵਾਰ ਕੇ ਪਿੰਟੂ ਵੀਰ ਦੀ ਨਜ਼ਰ ਉਤਾਰ ਰਹੀ ਸੀ, ਪਰ ਪਿੰਟੂ ਦੀਆਂ ਅੱਖਾਂ ਸਾਹਮਣੇ ਬਾਰ-ਬਾਰ ਇੱਕੋ ਚਿਹਰਾ ਆ ਰਿਹਾ ਸੀ, ਪੱਪੂ ਦਾ ਚਿਹਰਾ, ਰੋਂਦੇ ਕਰਲਾਉਂਦੇ ਪੱਪੂ ਦਾ ਚਿਹਰਾ, ਨਰਿੰਦਰ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਮਿੰਨਤਾਂ ਕਰਦੇ पप्पू का चेहरा। साहब हमें राखी बंधवाने जाना है साहब, साहब दया करो, आज राखी है, हमारी बहन के लिए साड़ी लेना है हमने साहब, रहम करो साहब गरीब पे। कार दे विच पिया चमकदी पन्नी दे विच लिपटिया नैकलेस इंतजार कर रहा सी कि कदों कोई मेरी बात पूछेगा। इधर पप्पू बचे हुए 100 रुपए नाल पर रिक्शा ठीक करा रहा सी। सारे बाकी बचे पैसे रिक्शे दीयां तारां सीधियां कराउण ते चक्के दे वल कढाउण ते लागे सन। गल्लां ते पए थप्पड़ां दे दर्द नूं तां महसूस ही नहीं सी कर पा रहा, ਉਹਦੇ ਤਾਂ ਦਿਲ ਦੇ ਵਿੱਚ ਦਰਦ ਸੀ। ਉਹਦੇ ਦਿਲ ਦੇ ਵਿੱਚ ਦਰਦ ਸੀ ਭੈਣ ਨੂੰ ਰੱਖੜੀ ਤੇ ਉਹ ਪੀਲੀ ਸਾੜੀ ਨਾ ਦੇਣ ਪਾਉਣ ਦਾ ਦਰਦ, ਭੈਣ ਦਾ ਉਹ ਹੱਸਦਾ ਚਿਹਰਾ ਨਾ ਦੇਖ ਪਾਉਣ ਦਾ ਦਰਦ, ਉਹਦੀਆਂ ਨਜ਼ਰਾਂ ਦੇ ਵਿੱਚ ਕੀਚਰ ਕੀਚਰ ਹੋਇਆ ਸੁਪਨਾ ਤੈਰ ਰਿਹਾ ਸੀ, ਪੀਲੀ ਫੁੱਲਾਂ ਵਾਲੀ ਸਾੜੀ ਖਰੀਦਣ ਦਾ ਸੁਪਨਾ ਜੋ ਹੁਣ ਪਤਾ ਨਹੀਂ ਕਦੋਂ ਪੂਰਾ ਹੋਣਾ ਸੀ। घर वाल नूं जांदे होए उन्होंने रिक्शे दे पैडल बहुत भारे महसूस हो रहे सन। वो सोच रहा सी क्या कहेंगे मुन्नी को, क्या बोलेंगे कि तोहार भैया मजाक करी रही थी, तोहार भैया तुमका इस बार भी राखी का कोनो तोहफा नहीं दे सकत। हुण तां जलेबियां खरीदण दे भी पैसे नहीं सी बचे, खाली जेबां लैके पप्पू बस सोचां दे विच डुब्बिया अपने घर नूं तुरदा जा रहा सी। अपने आप नालों पता नहीं किन्नियां गल्लां करदा, बुड़बुड़ाउंदा, कदे उदास हुंदा तुरदा जा रहा सी घर दे वल हौली हौली। इहदे विच उहनूं सड़क दे किनारे जुड़ी भीड़ दिखाई दित्ती। एक टेंट जिहा लग्या होया सी ते काफ़ी रिक्शे वाले ते मजदूर ते होर लोग उत्थे खड़े हुए सी। उहने देखण लई आपदा रिक्शा एक पासे सड़क ते ला दित्ता। उहने जाके देखिया तां किसी ने जलेबियां दा लंगर लाया होया सी। उहदी खुशी दा कोई ठिकाना ना रहा। उहने छेती छेती मोढे तो आपदा गमछा ला लिया। लंगर तो वावा सारियां जलेबियां उहने लैके गमछे दे विच बन लईआं ते रिक्शा फिर घर दे बन्नी तोर लिया। हुण पैडल थोड़े हल्के हो गए सन। मायूस चेहरे ते हल्की जी मुस्कान आ गई सी। जदों घर पहुंचा तां मुन्नी भरा दा इंतजार कर रही सी। पप्पू जल्दी जल्दी मूँह धो के मुन्नी दे सामने रखड़ी बनाउण लई बैठ गया। मुन्नी ने रखड़ी बन्नण तो बाद भरा दे गमछे विचों जलेबियां कढ के भरा दा मूँह मिठा कराया। पप्पू ने भी एक जलेबी कड्ढी ते मुन्नी दे मूँह विच पा दित्ती। मुन्नी दियां अखां भर आईयां। वो बोली, भैया भगवान तुहार जैसन भाई सभी को दे। तुम्हें पता था कि हमें पीला रंग इतना पसंद है, इसी लिए पीले रंग की जलेबी लेके आए हो ना। कितना अच्छा रंग है ना भैया,
जैसन जैसन हमारे खेतों में फूल होते हैं। तभी तुम हमका इतने दिन से बोल रहे थे कि तो का राखी पे खास तोहफा देंगे। बहुत खास है भैया, बहुत खास है। पप्पू दियां गल्लां ते पई सोजिश देख के ओ बोली, भगवान तुम्हें लंबी उम्र दे। हमारे लिए तो सबसे बड़ा तोहफा तुम हो। तुम्हारी सलामती से अच्छी हमें कोनो चीज नहीं। इन्ना कहंदे उन्हें अपने भरा पप्पू नूं घुट के जफ्फी पा ली। दोवें हुबक हुबक के रोन लगे। किसी ने सच ही कहा है दोस्तों, खुशियां उदी हासिल हुंदियां ने जदों दिल साफ होवे। किसी दे दिल नूं जितन लई प्यार दी दौलत दा होना बहुत जरूरी है। जिस कोल ये दौलत नहीं है वो अक्सर जज्बातां दा ते रिश्तिਆਂ ਦਾ निग नहीं मान पाਉਂਦਾ। इस तेज रफ्तारी दे दौर विच असी दौलत शौहरत ਤਾਂ हासिल करते जा रहे हैं, पर रिश्ते हर वक्त हारते जा रहे हैं। उवें जिवें नरिंदर ते पिंटू हार गए। कहानी सुनने लई तुहाडा बहुत बहुत शुक्रिया। अपने कमेंट, अपने सुझाव जरूर दिंदे रहना। तुहाडे लई नवीआं तो नवीआं कहानियां लैके आउंदे रहांगे। शुक्रिया।